ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਆਜ਼ਾਦ ਪੋਸਟ ਪੰਜਾਬੀ ਤੇ ਮੈਂ ਜੀਐਸ ਆਜ਼ਾਦ। ਅਜੋਕੇ ਸਮੇਂ ਵਿੱਚ ਜ਼ਿਆਦਾਤਰ ਨੌਜਵਾਨਾਂ ਦੀ ਸੋਚ ਹੈ ਕਿ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਚਲੇ ਜਾਈਏ, ਫਿਰ ਉਹ ਤਰੀਕਾ ਚਾਹੇ ਕੋਈ ਵੀ ਕਿਉਂ ਨਾ ਹੋਵੇ। ਪਰ ਅੱਜ ਜਿਸ ਨੌਜਵਾਨ ਨਾਲ ਆਪ ਸਭ ਨੂੰ ਅਸੀਂ ਮਿਲਾਉਣ ਜਾ ਰਹੇ ਹਾਂ, ਉਸਨੇ ਜਿੱਥੇ ਆਪ ਛੋਟੀ ਉਮਰ ਵਿੱਚ ਭਾਰਤ ਵਿੱਚ ਹੀ ਰਹਿ ਕੇ ਬਤੌਰ ਬਿਜ਼ਨਸ ਵੂਮੈਨ ਆਪਣੇ ਆਪ ਨੂੰ ਸਥਾਪਿਤ ਕਰ ਨਾਮਾਣਾ ਖੱਟਿਆ ਹੈ, ਉੱਥੇ ਹੀ ਹੋਰਨਾਂ ਨੌਜਵਾਨਾਂ ਲਈ ਵੀ ਇੱਕ ਅਜਿਹਾ ਮੰਚ ਤਿਆਰ ਕਰ ਦਿੱਤਾ ਹੈ ਜਿਸ ਨਾਲ ਉਹ ਆਪਣੇ ਹੁਨਰ ਦੇ ਬਲਬੂਤੇ ਆਪਣਾ ਮਨਭਾਉਂਦਾ ਕਿੱਤਾ ਕਰਕੇ ਭਾਰਤ ਵਿੱਚ ਹੀ ਰਹਿ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੁਆਰ ਸਕਦੇ ਹਨ। ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਅਧੀਨ ਪੈਂਦੇ ਮੁਹੱਲਾ ਨਿਹਾਲਪੁਰ ਦੀ ਰਹਿਣ ਵਾਲੀ ਅਮਰਵੀਰ ਕੌਰ ਪੁੱਤਰੀ ਬੈਨਰਵੀਰ ਸਿੰਘ, ਜਿਸ ਨੇ 18 ਸਾਲ ਦੀ ਉਮਰ ਵਿੱਚ ਹੀ ਆਪਣੀ ਕੰਪਨੀ ਕੋਲੈਬਡੋਮ ਦੀ ਸਥਾਪਨਾ ਕਰ ਆਪਣੇ ਮਾਤਾ-ਪਿਤਾ, ਪਿੰਡ ਅਤੇ ਦਸੂਹਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਹ ਕੰਪਨੀ ਨੌਜਵਾਨਾਂ ਨੂੰ ਟੈਕਨੋਲੋਜੀ ਦਾ ਸਹੀ ਉਪਯੋਗ ਕਰਕੇ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਅਤੇ ਕੁਝ ਐਸੀਆਂ ਕਲਾਵਾਂ ਸਿਖਾਉਂਦੀ ਹੈ ਜਿਸ ਨਾਲ ਵਿਦਿਆਰਥੀ ਆਪਣੇ ਕੈਰੀਅਰ ਵਿੱਚ ਤਰੱਕੀ ਕਰ ਸਕਦੇ ਹਨ। ਇਸ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਹੋਇਆ ਅਮਰਵੀਰ ਕੌਰ ਨੇ ਦੱਸਿਆ ਕਿ ਉਸ ਦਾ ਮਿਸ਼ਨ ਪੰਜਾਬ ਦੇ ਵਿਦਿਆਰਥੀਆਂ ਨੂੰ ਜਾਗਰੂਕ ਬਣਾਉਣਾ ਹੈ ਤਾਂ ਕਿ ਉਹ ਆਪਣੇ ਭਵਿੱਖ ਵਿੱਚ ਪੰਜਾਬ ਵਿੱਚ ਸੁਰੱਖਿਅਤ ਮਹਿਸੂਸ ਕਰਨ ਅਤੇ ਵਿਦੇਸ਼ ਜਾਣ ਲਈ ਮਜਬੂਰ ਨਾ ਹੋਣ। ਅਮਰਵੀਰ ਦੁਆਰਾ ਸਥਾਪਿਤ ਕੀਤੀ ਗਈ ਇਹ ਕੰਪਨੀ ਸਾਰੇ ਸਰਕਾਰੀ ਸਕੂਲਾਂ ਵਿੱਚ ਮੁਫਤ ਸਹੂਲਤਾਂ ਦੇਵੇਗੀ ਅਤੇ ਵਿਦਿਆਰਥੀਆਂ ਦੇ ਜਾਗਰੂਕਤਾ ਕੈਂਪ ਵੀ ਲਗਾਵੇਗੀ। ਜਾਣਕਾਰੀ ਸਾਂਝੀ ਕਰਦਿਆਂ ਉਸਨੇ ਦੱਸਿਆ ਕਿ ਇਹ ਫਰਮ ਆਧੁਨਿਕ ਸਿੱਖਿਆ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵੀ ਦੇਵੇਗੀ। ਦੱਸਣਯੋਗ ਹੈ ਕਿ ਅਮਰਵੀਰ ਕੌਰ ਨੇ ਜੂਨ ਮਹੀਨੇ ਵਿੱਚ ਹੀ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਤੋਂ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕੀਤੀ ਹੈ। ਅਮਰਵੀਰ ਨੇ 2021 ਵਿੱਚ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਿਤਾਬ ਇਨਕਲਾਬ 2020 ਵੀ ਲਿਖੀ ਸੀ। ਉਸਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੱਤਾ ਹੈ। ਆਓ ਹੁਣ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਅਮਰਵੀਰ ਕੌਰ ਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਲ। ਮੇਰਾ ਨਾਮ ਅਮਰਵੀਰ ਕੌਰ ਹੈ ਅਤੇ ਮੈਂ 18 ਸਾਲ ਦੀ ਹਾਂ। ਮੈਂ ਹੁਣੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਤੋਂ ਆਪਣੀ ਗ੍ਰੇਡ 12 ਕੰਪਲੀਟ ਕੀਤੀ ਹੈ। ਉਸ ਦੇ ਨਾਲ ਜੇ ਮੈਂ ਆਪਣੇ ਪ੍ਰੋਫੈਸ਼ਨਲ ਕਰੀਅਰ ਬਾਰੇ ਦੱਸਾਂ ਤੇ ਮੈਂ ਰਾਈਟਰ ਹਾਂ, ਇੱਕ ਆਥਰ ਹਾਂ ਬਾਈ ਪ੍ਰੋਫੈਸ਼ਨ। ਮੇਰੀਆਂ 2 ਬੁੱਕਸ ਇਨਕਲਾਬ 2020 ਅਤੇ ਮੈਂ ਸ਼ਾਇਦ ਤੋਂ ਨਹੀਂ ਆਈ ਹੈ ਤੇ ਮੈਂ ਇਨਕਲਾਬ 2020 ਨੂੰ ਭਰਵਾਂ ਹੁੰਗਾਰਾ ਮਿਲਿਆ। ਸੰਗਤਾਂ ਨੇ ਉਸ ਨੂੰ ਕਾਫੀ ਜ਼ਿਆਦਾ ਉਸ ਬਾਰੇ ਪ੍ਰਮੋਸ਼ਨ ਵੀ ਕੀਤਾ ਕਿਉਂਕਿ ਉਹ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਿਤਾਬ ਸੀ। ਉਸ ਦੇ ਨਾਲ ਮੈਂ ਕੰਟੈਂਟ ਰਾਈਟਿੰਗ ਦੀ ਡੋਮੇਨ ਵਿੱਚ ਕਾਫੀ ਜ਼ਿਆਦਾ ਕੰਮ ਕੀਤਾ ਹੋਇਆ ਹੈ। ਕਾਫੀ ਜ਼ਿਆਦਾ ਕੰਪਨੀਜ਼ ਨੈਸ਼ਨਲ ਤੇ ਇੰਟਰਨੈਸ਼ਨਲ ਕੋਲੈਬੋਰੇਟ ਕੀਤਾ ਹੈ। ਗੱਲ ਕਰੀਏ ਅੱਜ ਕੱਲ੍ਹ ਨੌਜਵਾਨਾਂ ਦਾ ਰੁਝਾਨ ਫੋਰਨ ਜਾਣ ਦਾ, ਪਰ ਤੁਸੀਂ ਇੱਕ ਵੱਖਰਾ ਪਲੇਟਫਾਰਮ ਚੁਣਿਆ, ਇਹ ਵੀ ਪਲੇਟਫਾਰਮ ਤੋਂ ਦਾ ਕੀ ਕਾਰਨ? ਦੇਖੋ ਜੀ, ਜੇ ਅਸੀਂ ਗੱਲ ਕਰੀਏ ਨੌਜਵਾਨਾਂ ਨੂੰ ਜਦੋਂ ਇੱਥੇ ਸਹੂਲਤਾਂ ਨਹੀਂ ਮਿਲਦੀਆਂ, ਉਹਨਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ, ਫਿਰ ਹੀ ਉਹ ਵਿਦੇਸ਼ਾਂ ਵਿੱਚ ਜਾਂਦੇ ਨੇ। ਕਿਸੇ ਦਾ ਮਨ ਨਹੀਂ ਕਰਦਾ ਆਪਣੇ ਪਰਿਵਾਰ ਨੂੰ, ਆਪਣੇ ਦੇਸ਼ ਨੂੰ, ਆਪਣੀ ਮਿੱਟੀ ਨੂੰ ਛੱਡ ਕੇ ਹੋਰ ਜਗ੍ਹਾ ਹੋਰ ਪ੍ਰਦੇਸ਼ ਜਾਣ ਦਾ। ਪਰ ਇੱਥੇ ਉਹਨਾਂ ਨੂੰ ਸਰਕਾਰਾਂ ਜਾਂ ਫਿਰ ਸਾਡੀ ਆਪਣੀ ਜਨਤਾ ਉਹਨਾਂ ਨੂੰ ਸਹੂਲਤਾਂ ਨਹੀਂ ਦਿੰਦੀ ਤੇ ਉਹ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਤੇ ਫਿਰ ਉਹ ਵਿਦੇਸ਼ ਜਾਣ ਦਾ ਰਸਤਾ ਚੁਣਦੇ ਨੇ। ਪਰ ਜੇ ਅਸੀਂ ਗੱਲ ਕਰੀਏ, ਜੇ ਅਸੀਂ ਇੱਥੇ ਹੀ ਆਪਣਾ ਭਵਿੱਖ ਨੂੰ ਜਿਹੜਾ ਆ ਸਿਕਿਉਰ ਬਣਾ ਸਕਦੇ ਹਾਂ ਤਾਂ ਸਾਨੂੰ ਇਸ ਵੱਲ ਤੁਰਨਾ ਚਾਹੀਦਾ ਹੈ। ਮੇਰੀ ਕੰਪਨੀ ਕੋਲੈਬਡੋਮ, ਇਹ ਆਈਡੀਆ ਮੈਨੂੰ ਉਦੋਂ ਆਇਆ ਜਦੋਂ ਮੈਂ ਕਾਫੀ ਜ਼ਿਆਦਾ ਸਟੂਡੈਂਟਸ ਨਾਲ ਇੰਟਰੈਕਟ ਕੀਤਾ ਤੇ ਉਹਨਾਂ ਬਾਰੇ ਜਾਣਿਆ। ਮੈਨੂੰ ਪਤਾ ਲੱਗਾ ਕਿ ਇੱਥੇ ਸਾਨੂੰ ਅਪੋਰਚੁਨਿਟੀਜ਼ ਦੀ ਕਮੀ ਨਹੀਂ ਹੈ, ਸਾਨੂੰ ਇੱਥੇ ਜਾਗਰੂਕਤਾ ਦੀ ਕਮੀ ਹੈ, ਇੱਥੇ ਅਵੇਅਰਨੈਸ ਦੀ ਕਮੀ ਹੈ ਤੇ ਇਸੇ ਸੋਚ ਨਾਲ ਅੱਗੇ ਵਧਦਿਆਂ ਮੈਂ ਇਸ ਕੰਪਨੀ ਦੀ ਸਥਾਪਨਾ ਕੀਤੀ ਅਤੇ ਹੁਣ ਇਹ ਕੰਪਨੀ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਕੰਮ ਕਰੇਗੀ। ਗੱਲ ਕਰੀਏ ਕੀ ਪਲਾਨ ਦਾ ਰਿਪੋਰਟ ਦੇਖੋ ਜੀ, ਜੇ ਅਸੀਂ ਗੱਲ ਕਰੀਏ ਨੌਜਵਾਨਾਂ ਬਾਰੇ ਪਲਾਨ ਬਾਰੇ, ਪਹਿਲੀ ਚੀਜ਼ ਜਿਹੜੀ ਅਸੀਂ ਹੈ ਉਹ ਜਾਗਰੂਕਤਾ। ਸਾਡਾ ਮੇਨ ਮੋਟਿਵ ਹੈ ਜਾਗਰੂਕਤਾ। ਅਸੀਂ ਲੋਕਾਂ ਦੇ ਵਿੱਚ ਜਾ ਕੇ ਵਿਦਿਆਰਥੀ ਜਾਗਰੂਕਤਾ ਕੈਂਪ ਲਗਾਵਾਂਗੇ, ਜਨਤਕ ਜਾਗਰੂਕਤਾ ਕੈਂਪ ਲਗਾਵਾਂਗੇ, ਉਹਨਾਂ ਨੂੰ ਵੱਖਰੀਆਂ ਅਪੋਰਚੁਨਿਟੀਜ਼ ਬਾਰੇ ਦੱਸਾਂਗੇ। ਪਹਿਲਾਂ ਦੀ ਗੱਲ ਕਰੀਏ ਤਾਂ ਸਾਨੂੰ ਕੁਝ ਲਿਮਿਟਿਡ ਕਰੀਅਰ ਆਪਸ਼ਨਸ ਦਾ ਪਤਾ ਰਹਿੰਦਾ ਸੀ। ਸਾਨੂੰ ਇੰਜੀਨੀਅਰਿੰਗ, ਡਾਕਟਰ, ਵਕੀਲ ਵਰਗੇ ਕੁਝ ਪ੍ਰੋਫੈਸ਼ਨਸ ਦਾ ਹੀ ਪਤਾ ਰਹਿੰਦਾ ਸੀ। ਪਰ ਜਦੋਂ ਕੋਰੋਨਾ ਦੀ ਮਹਾਮਾਰੀ ਆਈ, ਜਿਹੜੇ ਕਰੀਅਰ ਅਪੋਰਚੁਨਿਟੀਜ਼ ਸੀ ਸਭ ਕੁਝ ਆਨਲਾਈਨ ਹੋ ਗਿਆ, ਕੰਪਨੀਜ਼ ਆਨਲਾਈਨ ਆ ਗਈਆਂ, ਸਭ ਕੁਝ ਡਿਜੀਟਲ ਮਾਧਿਅਮ ਰਾਹੀਂ ਹੋਣ ਲੱਗ ਗਿਆ। ਇਸ ਨੇ ਕਈ ਜ਼ਿਆਦਾ ਕਰੀਅਰ ਆਪਸ਼ਨ ਸਾਡੇ ਲਈ ਖੋਲ੍ਹ ਦਿੱਤੀਆਂ, ਕਈ ਦਰਵਾਜ਼ੇ ਖੋਲ੍ਹ ਦਿੱਤੇ। ਅਸੀਂ ਘਰ ਬੈਠੇ ਵਿਦੇਸ਼ਾਂ ਦੀਆਂ ਕੰਪਨੀਜ਼ ਨਾਲ ਇੰਟਰੈਕਟ ਕਰ ਸਕਦੇ ਹਾਂ। ਬਹੁਤ ਸਾਰੇ ਨਵੇਂ ਕਰੀਅਰ ਅਪੋਰਚੁਨਿਟੀਜ਼ ਆ ਗਈਆਂ, ਗੋਸਟ ਰਾਈਟਿੰਗ, ਕਾਪੀ ਰਾਈਟਿੰਗ, ਸੋਸ਼ਲ ਮੀਡੀਆ ਮਾਰਕੀਟਿੰਗ, ਈਵਨ ਕੰਟੈਂਟ ਕ੍ਰੀਏਟਰ। ਹੁਣ ਤਾਂ YouTube ਤੇ ਤੁਸੀਂ ਵੀਡੀਓਜ਼ ਪਾ ਕੇ ਖੁਦ ਲਈ ਅਰਨ ਕਰ ਸਕਦੇ ਹੋ, ਇੰਸਟਾਗ੍ਰਾਮ ਤੇ ਤੁਸੀਂ ਆਪਣੇ ਰੀਲਸ ਪਾ ਕੇ ਖੁਦ ਲਈ ਅਰਨ ਕਰ ਸਕਦੇ ਹੋ। ਪਰ ਸਾਡੇ ਇੱਥੇ ਨੌਜਵਾਨਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਚੀਜ਼ਾਂ ਨੂੰ ਸਮਝਣਾ ਨਹੀਂ ਆਉਂਦਾ
ਸਾਡਾ ਪਲੇਟਫਾਰਮ ਪਹਿਲਾ ਕੰਮ ਜੋ ਕਰੇਗਾ ਉਹ ਉਹਨਾਂ ਨੂੰ ਉਹਨਾਂ ਚੀਜ਼ਾਂ ਬਾਰੇ ਜਾਗਰੂਕ ਕਰਾਉਣਾ ਹੈ। ਦੂਸਰੀ ਚੀਜ਼ ਜਿਹੜੀ ਹੈ ਉਹ ਸਕਿੱਲ ਆਈਡੈਂਟੀਫਿਕੇਸ਼ਨ ਹੈ। ਮੰਨ ਲਓ ਜੇ ਕਿਸੇ ਨੌਜਵਾਨ ਨੇ ਇਹ ਸਭ ਚੀਜ਼ਾਂ ਸਮਝ ਲਈਆਂ ਕਿ ਹਾਂ ਇੰਨੀ ਡਿਫਰੈਂਟ ਕਰੀਅਰ ਓਪਰਚੁਨਿਟੀਜ਼ ਹੁੰਦੇ ਨੇ, ਪਰ ਉਹਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਕਿਸ ਚੀਜ਼ ਵਿੱਚ ਵਧੀਆ ਹੈ, ਕਿਹੜੀ ਚੀਜ਼ ਵੱਲ ਉਹਨੂੰ ਜਾਣਾ ਚਾਹੀਦਾ ਹੈ। ਉਹਦੇ ਲਈ ਅਸੀਂ ਸਕਿੱਲ ਆਈਡੈਂਟੀਫਿਕੇਸ਼ਨ ਦਾ ਜਿਹੜਾ ਪਲੇਟਫਾਰਮ ਹੈ ਉਹ ਪੇਸ਼ ਕਰਦੇ ਹਾਂ। ਇਹਦੇ ਵਿੱਚ ਅਸੀਂ ਸਕਿੱਲ ਟੈਸਟ ਕਰਾਂਗੇ, ਪਰਸਨੈਲਿਟੀ ਟੈਸਟ ਕਰਾਂਗੇ ਅਤੇ ਉਸ ਤੋਂ ਬਾਅਦ ਉਹਨੂੰ ਦੱਸਾਂਗੇ ਕਿ ਉਹਦਾ ਜਿਹੜਾ ਸਕਿੱਲ ਸੈੱਟ ਹੈ, ਉਹਦਾ ਜੋ ਹੁਨਰ ਹੈ, ਉਹਦੀਆਂ ਕਲਾਵਾਂ, ਉਹ ਕਿਸ ਦਿਸ਼ਾ ਵਿੱਚ ਜਾਵੇਗਾ ਤੇ ਤਰੱਕੀ ਕਰੇਗਾ। ਤੀਸਰੀ ਚੀਜ਼ ਹੈ ਜਦੋਂ ਉਹਨੂੰ ਉਸ ਸਕਿੱਲ ਸੈੱਟ ਦਾ ਵੀ ਅਸੀਂ ਦੱਸ ਦਿੰਦੇ ਹਾਂ ਤੇ ਫਿਰ ਉਸ ਸਕਿੱਲ ਸੈੱਟ ਨਾਲ ਕਿੱਦਾਂ ਉਸ ਸਕਿੱਲ ਨੂੰ ਡਿਵੈਲਪ ਕਿੱਦਾਂ ਕਰਨਾ ਹੈ, ਉਹਦੀ ਸਿੱਖਿਆ ਕਿੱਦਾਂ ਉਹਨੂੰ ਪ੍ਰਾਪਤ ਕਰਨਾ ਹੈ, ਕਿਉਂਕਿ ਇਹ ਚੀਜ਼ਾਂ ਹੁਣ ਕਾਲਜਸ ਵਿੱਚ ਨਹੀਂ ਸਿਖਾਈਆਂ ਜਾਂਦੀਆਂ। ਹਾਲੇ ਤੱਕ ਕੋਈ ਐਸਾ ਕਾਲਜ ਮੇਰੇ ਅਨੁਸਾਰ, ਮੇਰੀ ਜਾਣਕਾਰੀ ਅਨੁਸਾਰ ਨਹੀਂ ਹੈ ਜਿਹੜਾ ਤੁਹਾਨੂੰ YouTube ਤੇ ਵੀਡੀਓਜ਼ ਕਿੱਦਾਂ ਬਣਾਉਣੀ ਇਹ ਸਿਖਾਏਗਾ। ਪਰ ਸਕਿੱਲ ਐਨਹਾਂਸਮੈਂਟ ਦੇ ਜਿਹੜਾ ਵਰਟੀਕਲ ਹੈ ਉਹਦੇ ਨਾਲ ਅਸੀਂ ਨੌਜਵਾਨਾਂ ਨੂੰ ਸਿਖਾਵਾਂਗੇ ਕਿ ਕਿਹੜੀ ਚੀਜ਼, ਕਿਹੜੀ ਕੋਰਸ ਨਾਲ ਉਹ ਇਹ ਚੀਜ਼ ਨੂੰ ਸਿੱਖ ਸਕਦੇ ਨੇ, ਉਹਨਾਂ ਨੂੰ ਇਹ ਚੀਜ਼ਾਂ ਸਿਖਾਵਾਂਗੇ। ਚੌਥੀ ਚੀਜ਼ ਸਾਡੇ ਕੋਲ ਜੋ ਹੈ ਉਹ ਹੈ ਜੌਬ ਅਸਿਸਟੈਂਸ। ਜੇ ਕੋਈ ਕੈਂਡੀਡੇਟ ਕੋਈ ਜੌਬ ਲੈਣਾ ਚਾਹੁੰਦਾ ਹੈ, ਅੱਜ ਕੱਲ੍ਹ ਦੇ ਕੈਂਡੀਡੇਟਸ ਨੂੰ ਰੈਜ਼ਿਊਮੇ ਨਹੀਂ ਬਣਾਉਣੇ ਆਉਂਦੇ। ਜਦੋਂ ਮੈਂ ਆਪਣੇ ਵੀ ਕਰ ਰਹੀ ਸੀ, ਹਾਇਰਿੰਗ ਕਰ ਰਹੀ ਸੀ ਆਪਣੀ ਕੰਪਨੀ ਵਾਸਤੇ ਵੀ, ਤੇ ਉੱਥੇ ਸਟੂਡੈਂਟਸ ਦੀ ਹਾਇਰਿੰਗ ਕਰ ਰਹੀ ਸੀ, ਕਾਫੀ ਜ਼ਿਆਦਾ ਨੌਜਵਾਨ, ਮੈਂ ਇਹ ਨਹੀਂ ਕਹਿੰਦੀ ਸਿਰਫ ਪੰਜਾਬ ਦੇ ਨੌਜਵਾਨ, ਮੇਰੇ ਕੋਲ ਐਪਲੀਕੇਸ਼ਨ ਜਿਹੜੀਆਂ ਆ ਉਹ ਅਮਰੀਕਾ ਤੋਂ ਵੀ ਆਈਆਂ, ਕਰਨਾਟਕਾ ਤੋਂ ਵੀ। ਮੇਰੀ ਜ਼ਿਆਦਾਤਰ ਟੀਮ ਜੋ ਹੈ, ਮੇਰੇ 10 EMPLOYEES ਦੇ ਆਸ-ਪਾਸ ਮੇਰੇ EMPLOYEES ਨੇ ਇਸ ਟਾਈਮ, ਉਹ ਜ਼ਿਆਦਾਤਰ ਟੀਮ ਜਿਹੜੀ ਹੈ ਸਾਊਥ ਇੰਡੀਆ ਦੀ ਹੈ। ਪਰ ਇਹ ਪੂਰੇ ਭਾਰਤ ਦੀ ਪ੍ਰੋਬਲਮ ਹੈ, ਪੂਰੇ ਇੰਡੀਆ ਦੀ ਪ੍ਰੋਬਲਮ ਹੈ ਕਿ ਨੌਜਵਾਨਾਂ ਨੂੰ ਰੈਜ਼ਿਊਮੇ ਬਣਾਉਣੇ ਨਹੀਂ ਆਉਂਦੇ। ਉਹਨਾਂ ਨੂੰ ਅਸੀਂ ਰੈਜ਼ਿਊਮੇ ਬਣਾਉਣੇ ਸਿਖਾਵਾਂਗੇ। ਫਿਰ ਕੁਝ ਪਲੇਟਫਾਰਮਸ ਆਏ, ਹਾਇਰੈਕਟ ਆਇਆ, ਫਿਵਰ ਆਇਆ, ਅਪਵਰਕ ਆਇਆ, ਲਿੰਕਡਇਨ ਆਇਆ। ਸਾਡੇ ਨੌਜਵਾਨਾਂ ਨੂੰ ਫੇਸਬੁੱਕ ਤੇ ਰੀਲ ਸਕਰੋਲ ਕਰਨ ਦਾ ਪਤਾ ਹੈ, ਪਰ ਉਹਨਾਂ ਲਿੰਕਡਇਨ ਵਰਗੇ ਪਲੇਟਫਾਰਮਸ ਤੇ ਕਨੈਕਸ਼ਨਸ ਬਣਾ ਕੇ ਉਹਨਾਂ ਨੂੰ ਆਪਣਾ ਨੈਟਵਰਕ ਵਧਾਉਣ ਦਾ ਨਹੀਂ ਪਤਾ। ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਬਾਰੇ ਉਹ ਜਾਗਰੂਕ ਨਹੀਂ ਨੇ, ਉਹਨਾਂ ਨਾਲ ਕਨੈਕਟ ਕਰਕੇ ਉਹਨਾਂ ਨੂੰ ਜੌਬ ਅਪੋਰਚੁਨਿਟੀਜ਼ ਵਿੱਚ ਅੱਗੇ, ਜੇ ਤੁਸੀਂ ਇੱਕ ਕੈਂਡੀਡੇਟ ਹੋ ਕਿਸੇ ਪਲੇਸਮੈਂਟ ਵਿੱਚ ਵੀ ਤੁਸੀਂ ਆਪਣੇ ਕਾਲਜ ਤੋਂ ਬਾਅਦ ਬੈਠਦੇ ਹੋ ਤੇ ਤੁਹਾਡਾ ਜਿਹੜਾ ਰੈਜ਼ਿਊਮੇ ਹੈ ਉਹਦੇ ਤੇ ਕੁਝ ਇੰਟਰਨਸ਼ਿਪਸ ਜੇ ਹੋਣਗੀਆਂ ਤੇ ਜਿਹੜਾ ਤੁਹਾਨੂੰ ਸਿਲੈਕਟਰ ਹੈ ਉੱਥੇ ਉਹ ਤੁਹਾਨੂੰ ਪ੍ਰੈਫਰੈਂਸ ਦੇਵੇਗਾ। ਉਹ ਇੰਟਰਨਸ਼ਿਪਸ ਕਿੱਦਾਂ ਕਰਨੀਆਂ ਨੇ, ਆਪਣੇ ਸਕੂਲ ਤੋਂ ਨਿਕਲਦਿਆਂ ਹੀ ਕਿੱਦਾਂ ਕੰਮ ਲੱਭਣਾ ਹੈ, ਇਹ ਸਭ ਚੀਜ਼ਾਂ ਵੀ ਅਸੀਂ ਨੌਜਵਾਨਾਂ ਨੂੰ ਦੱਸਾਂਗੇ। ਗੱਲ ਕਰੀਏ ਜੇ ਤੁਹਾਡੇ ਨਾਲ ਲੋਕਾਂ ਨੇ ਸੰਪਰਕ ਕਰਨਾ ਹੋਵੇ, ਨੌਜਵਾਨਾਂ ਨੇ ਕਿਸ ਤਰੀਕੇ ਨਾਲ ਕਰ ਸਕਦੇ? ਦੇਖੋ ਜੀ, ਸਾਡੀ ਵੈਬਸਾਈਟ ਹੈ www.collabdome.com, ਸਾਡੀ ਈਮੇਲ ਹੈ collabdome@gmail.com, ਸਾਡਾ ਇੰਸਟਾਗ੍ਰਾਮ ਪੇਜ ਹੈ collabdome, ਲਿੰਕਡਇਨ ਪੇਜ ਹੈ ਸਾਡਾ ਟੀਮ collabdome। ਉਹਨਾਂ ਸਭ ਤੋਂ ਦੇ ਜ਼ਰੀਏ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸਾਡੀ ਵੈਬਸਾਈਟ ਤੇ ਜਾ ਕੇ ਉੱਥੇ ਸਰਵਿਸਿਜ਼ ਦਾ ਸੈਕਸ਼ਨ ਵੱਖਰਾ ਹੈ ਤੇ ਉਹਨਾਂ ਸਰਵਿਸਿਜ਼ ਦੇ ਸੈਕਸ਼ਨ ਵਿੱਚ ਕੰਟੈਕਟ ਅਸ ਦਾ ਵੀ ਆਪਸ਼ਨ ਹੈ। ਤੁਸੀਂ ਉੱਥੇ ਜਾ ਕੇ ਫਾਰਮ ਭਰ ਸਕਦੇ ਹੋ ਤੇ ਸਾਡੀ ਟੀਮ ਵਿੱਚੋਂ ਕੋਈ ਵੀ ਤੁਹਾਨੂੰ ਕੰਟੈਕਟ ਕਰੇਗਾ। ਮੇਰੀਆਂ ਪਰਸਨਲ ਅਚੀਵਮੈਂਟਸ ਜੇ ਅਸੀਂ ਗੱਲ ਕਰੀਏ, ਪਹਿਲਾਂ ਤਾਂ ਮੈਂ ਸਕੂਲ ਵਿੱਚ ਆਪਣੇ ਕਾਫੀ ਜ਼ਿਆਦਾ ਕੰਪੀਟੀਸ਼ਨਸ ਵਿੱਚ ਪਾਰਟ ਲਿਆ ਹੋਇਆ ਹੈ, ਡਰਾਮੈਟਿਕਸ, ਫਿਰ ਡੈਕਲਾਮੇਸ਼ਨ, ਐਂਡ ਆਈ ਐਮ ਅ ਡੈਕਲਾਮੇਸ਼ਨ ਵਿਨਰ। ਅਪਾਰਟ ਫਰੋਮ ਦੈਟ ਜੇ ਮੈਂ ਗੱਲ ਕਰਾਂ ਤੇ ਮੈਂ ਸਟੇਟ ਲੈਵਲ ਪਲੇਅਰ ਹਾਂ ਸਵਿਮਿੰਗ ਦੀ, ਮੈਂ ਜ਼ੋਨਲ ਵਿਨਰ ਹਾਂ ਚੈਸ ਦੀ ਵੀ। ਐਂਡ ਜੇ ਹੁਣ ਪ੍ਰੋਫੈਸ਼ਨਲ ਕੁਆਲੀਫਿਕੇਸ਼ਨਸ ਦੀ ਗੱਲ ਕਰੀਏ, ਜਿੱਦਾਂ ਕਿ ਮੈਂ ਤੁਹਾਨੂੰ ਸ਼ੁਰੂਆਤ ਵਿੱਚ ਦੱਸਿਆ ਮੇਰੀਆਂ 2 ਬੁੱਕਸ ਰਿਲੀਜ਼ ਹੋਈਆਂ ਨੇ। ਉਸ ਤੋਂ ਇਲਾਵਾ ਮੈਂ ਕਈ ਕੰਪਨੀਜ਼ ਨਾਲ ਟਾਈ ਅਪ ਕੀਤਾ ਹੈ। ਮੈਂ ਜਦੋਂ ਮੈਂ 17 ਇਅਰਸ ਦੀ ਸੀ, ਮੈਂ ਆਪਣੀ ਫਸਟ ਜੌਬ ਸ਼ੁਰੂ ਕੀਤੀ ਸੀ ਤੇ ਹਾਲੇ ਤੱਕ ਦਾ ਮੇਰਾ ਸਾਰਾ ਟਰੈਕ ਆਨਲਾਈਨ ਹੀ ਹੈ। ਪਰ ਮੇਰੇ ਰੈਜ਼ਿਊਮੇ ਤੇ ਫਿਲਹਾਲ 3-4 ਅਪੋਰਚੁਨਿਟੀਜ਼, 3-4 ਇੰਟਰਨਸ਼ਿਪਸ ਆਲਰੇਡੀ ਰਜਿਸਟਰ ਹੋ ਚੁੱਕੀਆਂ ਨੇ। ਮੈਂ ਇੱਕ ਫਾਊਂਡੇਸ਼ਨ, SCG ਫਾਊਂਡੇਸ਼ਨ, ਇੱਕ NGO ਨਾਲ ਵੀ ਕੰਮ ਕੀਤਾ ਹੈ, ਜਿਨ੍ਹਾਂ ਦੀ ਕਾਫੀ ਜ਼ਿਆਦਾ ਬੁੱਕਸ ਰਿਲੀਜ਼ ਹੁੰਦੀਆਂ ਨੇ। ਉਹਨਾਂ ਵਿੱਚ ਸਾਡੇ ਵੱਖਰੇ ਵੱਖਰੇ ਆਥਰਸ ਨਾਲ ਅਸੀਂ ਕੋਲੈਬੋਰੇਟ ਕੀਤਾ, ਜਿਹਦੇ ਵਿੱਚ ਡਾਕਟਰ ਰੁਪਿੰਦਰ ਸਿੰਘ, ਮੈਨੇਜਿੰਗ ਡਾਇਰੈਕਟਰ ਅਮੂਲ, ਡਾਕਟਰ ਜੋਗਿੰਦਰ ਸਿੰਘ, ਪ੍ਰੈਜ਼ੀਡੈਂਟ ਹੀਰੋ ਫਾਈਨੈਂਸ, ਮਿਸਟਰ ਦੀਪਿੰਦਰ ਸੇਖੋਂ, CEO ਕ੍ਰਿਟੀਕਲ ਵਿਜ਼ਨ, ਇੱਦਾਂ ਹੀ ਕਾਫੀ ਜ਼ਿਆਦਾ ਜਿਹੜੇ CEOs ਤੇ ਹਾਈਲੀ ਰੈਪਿਊਟਡ ਪਰਸਨੈਲਿਟੀਜ਼ ਨਾਲ ਅਸੀਂ ਕੋਲੈਬੋਰੇਟ ਕੀਤਾ। ਤੇ ਉਸ ਤੋਂ ਬਾਅਦ ਹੁਣ ਮੈਂ
ਮੈਨੇਜਿੰਗ ਡਾਇਰੈਕਟਰ ਐਂਡ ਫਾਊਂਡਰ ਆਫ ਕੋਲੈਟੋਮਾ। ਦੇਖੋ ਜੀ, ਜਿਹੜੇ ਗਵਰਨਮੈਂਟ ਸਕੂਲਸ ਆ, ਸਰਕਾਰੀ ਸਕੂਲ, ਇਹਨਾਂ ਸਾਰਿਆਂ ਵਿੱਚ ਜੇ ਅਸੀਂ ਕਹੀਏ ਕਿ ਬੱਚੇ ਉੱਥੇ ਜਾਂਦੇ ਆਪਣੇ ਭਵਿੱਖ ਵਾਸਤੇ, ਪਰ ਇਹਨਾਂ ਸਕੂਲਾਂ ਨੂੰ ਚਲਾਉਂਦੀਆਂ ਨੇ ਸਰਕਾਰਾਂ। ਹੁਣ ਸਰਕਾਰਾਂ ਬਾਟਮ ਲੈਵਲ ਤੇ ਆ ਕੇ ਉੱਥੇ ਨਹੀਂ ਦੇਖ ਸਕਦੀਆਂ ਕਿ ਉੱਥੇ ਕੀ ਚੱਲ ਰਿਹਾ ਹੈ ਤੇ ਕੀ ਨਹੀਂ। ਕਈ ਵਾਰੀ ਇਸੇ ਨੈਗਲੀਜੈਂਸ, ਇਹੀ ਜਿਹੜਾ ਗੈਪ ਹੈ, ਇਹਦੇ ਕਰਕੇ ਹੀ ਉਹ ਬੱਚਾ ਜਿਹੜਾ ਹੈ ਉਹ ਸਾਰੀ ਉਮਰ ਧੱਕੇ ਖਾਂਦਾ ਰਹਿੰਦਾ ਹੈ, ਉਹਨੂੰ ਜਾਗਰੂਕਤਾ ਦੀ ਕਮੀ ਰਹਿੰਦੀ ਹੈ। ਇਹੀ ਸੋਚ ਦੇ ਨਾਲ ਫਿਰ ਜਦੋਂ ਇਹ ਪਲੇਟਫਾਰਮ ਐਸਟੈਬਲਿਸ਼ ਹੋਇਆ ਤੇ ਇਹ ਡਿਸੀਜਨ ਅਸੀਂ ਪੂਰੀ ਟੀਮ ਨੇ ਲਿਆ ਕਿ ਅਸੀਂ ਸਾਰੇ ਸਰਕਾਰੀ ਸਕੂਲਾਂ ਵਿੱਚ ਫ੍ਰੀ ਜਾਗਰੂਕਤਾ ਕੈਂਪ ਲਗਾਵਾਂਗੇ ਤਾਂ ਕਿ ਸਾਰੇ ਬੱਚਿਆਂ ਨੂੰ, ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕਿਤੇ ਵੀ ਜਾਗਰੂਕਤਾ ਦੀ ਕਮੀ ਨਾ ਰਵੇ ਅਤੇ ਇਹ ਨਾ ਰਵੇ ਕਿ ਉਹਨਾਂ ਦੇ ਫਾਈਨੈਂਸ਼ੀਅਲੀ ਜੇ ਉਹ ਵੀਕ ਸੀ ਤੇ ਉਹਨਾਂ ਨੂੰ ਅਸੀਂ ਸਹੂਲਤਾਂ ਨਹੀਂ ਪ੍ਰੋਵਾਈਡ ਕਰਵਾ ਸਕਦੇ। ਮੇਰੀ ਫੈਮਿਲੀ ਹਮੇਸ਼ਾ ਤੋਂ ਮੈਨੂੰ ਸਪੋਰਟ ਕਰਦੀ ਰਹੀ ਹੈ ਐਂਡ ਸ਼ੁਰੂਆਤ ਤੋਂ ਹੀ ਮੈਨੂੰ ਇਹ ਸੀ ਕਿ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ ਤੇ ਉਹ ਬਹੁਤ ਕੁਝ ਕਰਨ ਦੇ ਚਾਹ ਵਿੱਚ ਹੀ ਮੈਂ ਇਸ ਦੀ ਸਥਾਪਨਾ ਵੀ ਕੀਤੀ। ਜਦੋਂ ਮੈਂ ਮੰਮਾ ਨੂੰ, ਆਪਣੇ ਮਦਰ ਨਾਲ ਇਸ ਬਾਰੇ ਜ਼ਿਕਰ ਕੀਤਾ ਤੇ ਮਦਰ ਨੇ ਪੂਰਾ ਸਪੋਰਟ ਕੀਤਾ ਤੇ ਪਾਪਾ ਨੇ ਵੀ ਹਾਲੇ ਤੱਕ ਫਾਈਨੈਂਸ਼ੀਅਲੀ ਵੀ ਸਪੋਰਟ ਕੀਤਾ ਹੈ ਤੇ ਮੋਰਲੀ ਵੀ ਸਪੋਰਟ ਕੀਤਾ ਹੈ। ਫੈਮਿਲੀ ਦਾ ਫੁੱਲ ਸਪੋਰਟ ਹੈ ਤੇ ਅੱਜ ਜੋ ਕੁਝ ਵੀ ਹੈ ਇਹ ਮੋਸਟਲੀ ਫੈਮਿਲੀ ਦੀ ਹੀ ਦੇਣ ਹੈ। ਮੈਂ ਸਾਰੇ ਨੌਜਵਾਨਾਂ ਨੂੰ ਇਹੀ ਸੁਨੇਹਾ ਦਿੰਦੀ ਹਾਂ ਕਿ ਹੌਸਲਾ ਨਹੀਂ ਹਾਰਨਾ ਚਾਹੀਦਾ। ਜੇ ਤੁਹਾਨੂੰ ਲੱਗਦਾ ਹੈ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਤਾਂ ਇਹ ਸੱਚ ਹੈ। ਜੋ ਵੀ ਅਸੀਂ ਚਾਹਾਂਗੇ, ਇਹ ਜਿਹੜੀ ਸ੍ਰਿਸ਼ਟੀ ਹੈ, ਇਹ ਸਾਡਾ ਯੂਨੀਵਰਸ ਸਾਨੂੰ ਉਹੀ ਕਰਨ ਵਿੱਚ ਹੈਲਪ ਕਰੇਗਾ ਜੋ ਅਸੀਂ ਸਭ ਕੁਝ ਅਕੰਪਲਿਸ਼ ਕਰ ਸਕਦੇ ਹਾਂ। ਪੰਜਾਬੀ ਨੌਜਵਾਨਾਂ ਵਿੱਚ ਨਾ ਹੀ ਹੌਸਲੇ ਦੀ ਕਮੀ ਹੈ ਤੇ ਨਾ ਹੀ ਉਹਨਾਂ ਵਿੱਚ ਹੁਨਰ ਦੀ ਕਮੀ ਹੈ। ਹੌਸਲਾ ਤੇ ਹੁਨਰ ਦੋਨੋਂ ਇਕੱਠੇ ਲੈ ਕੇ ਤੁਰਨਾ ਚਾਹੀਦਾ ਹੈ। ਅੱਗੇ ਅਸੀਂ ਇਕੱਠੇ ਹੁਨਰ ਤੇ ਹੌਸਲਾ ਲੈ ਕੇ ਚੱਲਾਂਗੇ ਤੇ ਫਿਰ ਅਸੀਂ ਕਾਮਯਾਬ ਜ਼ਰੂਰ ਹੋਵਾਂਗੇ। ਮੇਰਾ ਨਾਮ ਕਮਲਜੀਤ ਕੌਰ ਹੈ ਜੀ। ਤੁਹਾਡੀ ਬੇਟੀ ਨੇ ਨਵੇਕਲੀ ਪਹਿਲ ਕੀਤੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਜੀ ਬਹੁਤ ਵਧੀਆ ਕੰਮ ਜਿਹੜਾ ਹੈ ਬੇਟੀ ਨੇ ਸ਼ੁਰੂ ਕੀਤਾ ਹੈ। ਉਹ ਆਪਣੇ ਨਾਲ ਆਪਣੇ ਸਾਰੇ ਭੈਣ ਭਰਾਵਾਂ ਨੂੰ, ਆਪਣੇ ਸਾਥੀ ਵਿਦਿਆਰਥੀਆਂ ਨੂੰ ਉਹ ਇੱਕ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਜਿਹੜੀਆਂ ਤੁਹਾਡੇ ਅੰਦਰ ਹੁਨਰ ਆ, ਜਦੋਂ ਤੁਸੀਂ ਉਹਨੂੰ ਨਿਊ ਟੈਕਨੀਕਸ ਦੇ ਨਾਲ, ਨਵੀਂ ਟੈਕਨੀਕਸ ਨਾਲ ਜੋੜ ਕੇ ਚੱਲੋਗੇ ਤੇ ਤੁਸੀਂ ਆਪਣੇ ਹੌਬੀ ਦਾ, ਆਪਣੇ ਹੁਨਰ ਦਾ ਜਿਹੜਾ ਹੈ ਉਹਦਾ ਵੀ ਸਹੀ ਇਸਤੇਮਾਲ ਕਰ ਸਕੋਗੇ ਔਰ ਨਵੇਂ ਜਿਹੜੀਆਂ ਬੁਲੰਦੀਆਂ ਹੈ ਉਹਨੂੰ ਛੂਹ ਸਕਦੀਆਂ ਤੁਸੀਂ। ਸਮਾਜ ਵਿੱਚ ਧਾਰਨਾ ਹੈ ਕਿ ਬੇਟਿਆਂ ਨੂੰ ਵੱਧ ਤਰਜੀਹ ਦਿੰਦੀ, ਬੇਟੀਆਂ ਨੂੰ ਘੱਟ ਦਿੰਦੀ। ਤੁਹਾਨੂੰ ਵੀ ਲੱਗਦਾ ਕਿ ਤੁਹਾਡੇ ਘਰ ਬੇਟੀ ਨੇ ਜਨਮ ਲਿਆ ਹੈ, ਤੁਸੀਂ ਕੀ ਸੋਚਦੇ ਹੋ? ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਅਮਰਵੀਰ ਵਰਗੀ ਬੇਟੀ ਸਾਡੀ ਬੇਟੀ ਹੈ ਔਰ ਅਸੀਂ ਬਾਕੀਆਂ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਕਦੀ ਵੀ ਬੇਟੇ ਔਰ ਬੇਟੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਿਫਰੈਂਸ ਨਹੀਂ ਕਰਨਾ ਚਾਹੀਦਾ ਔਰ ਜੋ ਸਹੂਲਤਾਂ ਜਾਂ ਜੋ ਸੁਵਿਧਾਵਾਂ ਅਸੀਂ ਬੇਟਿਆਂ ਨੂੰ ਦਿੰਦੇ ਹਾਂ ਉਹੀ ਸਾਨੂੰ ਬੇਟੀਆਂ ਨੂੰ ਦੇਣੀਆਂ ਚਾਹੀਦੀਆਂ। ਉਹਦੇ ਨਾਲ ਬੇਟਿਆਂ ਨਾਲੋਂ ਜ਼ਿਆਦਾ ਤਰੱਕੀ ਬੇਟੀਆਂ ਕਰਨਗੀਆਂ। ਗੁਰਬਚਨ ਕੌਰ। ਤੁਹਾਡੀ ਪੋਤੀ ਕਿੱਦਾਂ ਦੀ ਹੈ, ਪਹਿਲਾਂ ਦੱਸੋ ਵੀ ਕਿੱਦਾਂ ਦੇ ਕੰਮ? ਬਹੁਤ ਪਿਆਰੀ ਹੈ ਜੀ, ਸ਼ੁਰੂ ਤੋਂ ਹੀ, ਬਚਪਨ ਤੋਂ ਹੀ। ਜਿਹੜਾ ਕੰਮ ਸ਼ੁਰੂ ਕੀਤਾ ਆ ਵੀ ਨੌਜਵਾਨਾਂ ਨੂੰ ਅਵੇਅਰ ਕਰ ਰਹੀ ਹੈ ਬਿਜ਼ਨਸ ਕਰਨ ਵਾਸਤੇ, ਹਾਂਜੀ ਹਾਂਜੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਕਿ ਮੇਰੀ ਬੱਚੀ ਨੇ ਇੱਕ ਨਵਾਂ ਕੰਮ ਸ਼ੁਰੂ ਕੀਤਾ ਆ ਔਰ ਗੋਡ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਇਹਨੂੰ ਸਫਲਤਾ ਮਿਲੇ ਔਰ ਬਾਕੀ ਇਹਦੀ ਜਿਹੜੀ ਸੋਚ ਹੈ ਕਿ ਬੱਚਿਆਂ ਨੂੰ ਇੱਥੇ ਹੀ ਰੁਜ਼ਗਾਰ ਮਿਲੇ, ਬਾਹਰ ਜਾਣ ਦੀ ਮਜਬੂਰੀ ਨਾ ਹੋਏ। ਇਸ ਲਈ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੈਂ ਵੀ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਬਾਹਰ ਜਾਣ। ਹੋਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਇਹੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਆਪਣਾ ਇੱਥੇ ਰੁਜ਼ਗਾਰ ਲੱਭਣ ਦੀ ਕੋਸ਼ਿਸ਼ ਕਰੋ ਕਿਉਂਕਿ ਸਾਡੀਆਂ ਸਰਕਾਰਾਂ ਇੰਨੇ ਜੋਗੀਆਂ ਹੈ ਨਹੀਂ ਜਿਹੜੀਆਂ ਨੌਜਵਾਨਾਂ ਨੂੰ ਸਹੀ ਰਸਤਾ ਦੇਣਗੀਆਂ। ਆਪਣੇ ਤੁਸੀਂ ਦਿਮਾਗ ਨਾਲ, ਆਪਣੀ ਐਜੂਕੇਸ਼ਨ ਦੇ ਨਾਲ ਜਿੱਦਾਂ ਵੀ ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਡਿਵੈਲਪ ਕਰ ਸਕਦੇ ਹੋ ਕਰੋ ਤੇ ਕਿਉਂਕਿ ਲਾਈਫ ਤਾਂ ਸੇਮ ਹੀ ਆ, ਉੱਥੇ ਵੀ ਕਰਕੇ ਖਾਣਾ ਪੈਂਦਾ, ਇੱਥੇ ਵੀ ਕਰਕੇ ਖਾਣਾ ਪੈਂਦਾ ਆ। ਇੱਥੇ ਤਾਂ ਅਸੀਂ ਸਗੋਂ ਆਪਣੀ ਮਿੱਟੀ ਵਿੱਚ ਵਧੀਆ ਆਪਣੇ ਆਪ ਨੂੰ ਗਰੋ ਕਰ ਸਕਦੇ ਹਾਂ ਤੇ ਮੈਂ ਆਪਣੀ ਪੋਤੀ ਤੇ ਬਹੁਤ ਪ੍ਰਾਊਡ ਫੀਲ ਕਰਦੀ ਹਾਂ। ਜਦ ਕਿ ਇਸ ਏਜ ਵਿੱਚ ਬੱਚਿਆਂ ਦਾ ਏਮ ਹੁੰਦਾ ਆ ਕਿ ਅਸੀਂ ਆਈਲੈਟਸ ਕਰੀਏ, ਬਾਹਰ ਜਾਈਏ। ਇਹਨਾਂ ਕੋਲ ਸੁਵਿਧਾ ਵੀ ਹੈਗੀ ਆ ਪਰ ਇਹ ਨਹੀਂ ਜਾਣਾ ਚਾਹੁੰਦੇ। ਮੈਂ ਇਸ ਗੱਲ ਲਈ ਬਹੁਤ ਖੁਸ਼ ਹਾਂ। ਮੇਰਾ ਨਾਮ ਬੈਰਨਦੀਪ ਸਿੰਘ ਹੈ ਜੀ। ਤੇ ਤੁਹਾਡੀ ਬੇਟੀ ਜਿਹੜਾ ਕੰਮ ਕਰ ਰਹੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਸਰ, ਮੈਂ ਪ੍ਰਾਊਡ ਮਹਿਸੂਸ ਕਰ ਰਿਹਾ ਹਾਂ। ਇਹਨੇ ਪਹਿਲਾਂ 2 ਬੁੱਕਸ ਲਿਖੀਆਂ ਨੇ, ਸਾਨੂੰ ਇੰਨਾ ਯਾਨੀ ਕਿ ਦੇਸ਼ ਵਿਦੇਸ਼ 'ਚ ਇੰਨੀ ਐਪਰੀਸੀਏਸ਼ਨ ਇਹਨੂੰ ਮਿਲੀ, ਸਾਡਾ ਮਾਣ ਵਧਿਆ ਆ
ਤੇ ਅਸੀਂ ਤੇ ਹਮੇਸ਼ਾ ਇਹੀ ਚਾਹੁੰਦੇ ਵੀ ਤਰੱਕੀ ਕਰੇ, ਆਪਣੇ ਜੋ ਇਹਦਾ ਏਮ ਲੈ ਕੇ ਚੱਲੀ ਹੈ ਉਹਨੂੰ ਆਪਣਾ ਏਮ ਪੂਰਾ ਕਰੇ। ਜਿਹੜੇ ਕੁੜੀਆਂ ਨਾਲੋਂ ਮੁੰਡਿਆਂ ਨੂੰ ਵੱਧ ਤਰਜੀਹ ਦਿੰਦੇ ਜਾਂ ਮੁੰਡਿਆਂ ਨੂੰ ਪ੍ਰੈਫਰੈਂਸ ਦਿੰਦੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਸਰ ਹੁੰਦਾ ਹੋਏਗਾ, ਲੋਕਾਂ ਦੇ ਘਰਾਂ 'ਚ ਹੁੰਦਾ ਹੋਏਗਾ, ਸਾਡੇ ਪਰਿਵਾਰ 'ਚ ਨਾ ਸਾਡੇ ਮਾਪਿਓ ਨੇ ਸਾਡੇ ਨਾਲ ਇੱਦਾਂ ਕੀਤਾ ਹੈ ਜੀ, ਨਾ ਅਸੀਂ ਕੀਤਾ ਹੈ। ਅਸੀਂ ਤਾਂ ਇਹ ਹੀ ਵੀ ਦੋਨੇ ਹੀ ਜੀ ਜਿਹੜੇ ਲੜਕਾ ਔਰ ਲੜਕੀ, ਉਹ ਪਰਮਾਤਮਾ ਦੀ ਦੇਣ ਹੈ, ਦੋਨਾਂ ਨੂੰ ਇੱਕ ਸਮਾਨ ਸਮਝਣਾ ਚਾਹੀਦਾ। ਪਰ ਜਿਹੜੀਆਂ ਬੇਟੀਆਂ ਹੁੰਦੀਆਂ ਨਾ ਜੀ, ਉਹ ਬੇਟਿਆਂ ਨਾਲ ਸਗੋਂ ਮਾਪਿਆਂ ਨਾਲ ਜ਼ਿਆਦਾ ਮੋਹ ਕਰਦੀਆਂ ਨੇ ਜੀ। ਇਸ ਕਰਕੇ ਇਹਨਾਂ ਦੀ ਤਰੱਕੀ ਲਈ ਤਾਂ ਹਮੇਸ਼ਾ ਸੋਚਣਾ ਚਾਹੀਦਾ ਹੈ ਜੀ। ਜਦੋਂ ਬੇਟੀ ਨੇ ਤੁਹਾਨੂੰ ਦੱਸਿਆ ਕਿ ਮੈਂ ਇਹ ਕੰਮ ਕਰਨਾ ਚਾਹੁੰਦੀ ਹਾਂ, ਕੀ ਰਿਐਕਸ਼ਨ ਸੀ ਤੁਹਾਡਾ ਉਸ ਟਾਈਮ? ਸਰ ਮੈਨੂੰ ਤਾਂ ਖੁਸ਼ੀ ਹੋਈ ਸੀ, ਬਹੁਤ ਜ਼ਿਆਦਾ ਖੁਸ਼ੀ ਹੋਈ ਸੀ, ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਸੀ ਵੀ ਹੁਣ ਜਿੱਦਾਂ ਬੇਟੀ ਨੇ 17 ਸਾਲ ਦੀ ਉਮਰ 'ਚ ਆਪਣਾ ਪਹਿਲੀ ਜੌਬ ਸ਼ੁਰੂ ਕਰ ਲਈ ਸੀ। ਅਸੀਂ ਸੋਚਦੇ ਹਾਂ ਵੀ ਜਿੰਨਾ ਚਿਰ ਬੱਚੇ ਦੀ ਪੜ੍ਹਾਈ ਨਹੀਂ ਪੂਰੀ ਹੁੰਦੀ, ਕੰਪਲੀਟ ਹੁੰਦੀ, ਵੀ ਬੱਚਾ ਪੇਰੈਂਟਸ ਕੋਲ ਪੈਸੇ ਲਏਗਾ। ਇਹਨੇ ਜਾਣੀ ਕਿ ਆਪਣੀ ਅਰਨਿੰਗ ਸ਼ੁਰੂ ਕਰ ਲਈ ਸੀ ਜੀ, ਔਰ ਉਹ ਵੀ ਘਰ ਬੈਠ ਕੇ ਕਿਤੇ ਜਾਣਾ ਨਹੀਂ, ਘਰੇ ਹੀ ਇਹਨੇ ਆਪਣਾ ਔਨਲਾਈਨ ਹੀ ਕੰਟੈਂਟ ਰਾਈਟਿੰਗ ਦੀ ਇਹਨੇ ਆਪਣੀ ਫਸਟ ਜੌਬ ਸ਼ੁਰੂ ਕੀਤੀ ਹੈ ਜੀ। ਹੁਣ ਉਹ ਇਹਦੇ ਜਿਹੜੇ ਸੀਗੇ ਬੌਸ ਵਗੈਰਾ, ਉਹਨਾਂ ਨੇ ਇਹਨੂੰ ਇਹ ਤੋਂ ਬਹੁਤ ਇੰਪ੍ਰੈਸ ਨੇ। ਉਹ ਹੁਣ ਵੀ ਉਹਨਾਂ ਦੀਆਂ ਕਾਲਸ ਆਉਂਦੀਆਂ ਰਹਿੰਦੀਆਂ, ਉਹਨਾਂ ਨੇ ਇਹਨੂੰ ਕਿਹਾ ਵੀ ਨਹੀਂ ਬੇਟਾ ਤੂੰ ਕਰ ਸਕਦੀ, ਜੋ ਤੂੰ ਕਰਨਾ ਚਾਹਵੇਂ ਤੂੰ ਕਰ ਸਕਦੀ। ਉਹਨਾਂ ਕੋਲੋਂ ਹੱਲਾਸ਼ੇਰੀ ਲੈ ਕੇ ਇਹਨੇ ਆਪਣਾ ਸ਼ੁਰੂ ਕੀਤਾ, ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ। ਇਲਾਕੇ ਦੇ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਸਰ ਇਹ ਹੀ ਹੈ ਜੀ, ਤੁਸੀਂ ਕੁਛ ਨਾ ਕੁਛ ਆਪਣੇ ਆਪ 'ਚ ਦੇਖੋ, ਤੁਹਾਡੇ ਅੰਦਰ ਕੀ ਟੈਲੈਂਟ ਹੈ, ਤੁਸੀਂ ਉਹਨੂੰ ਐਜ਼ ਏ ਪ੍ਰੋਫੈਸ਼ਨ ਜੇ ਤੁਹਾਨੂੰ ਓਪਰਚੁਨਿਟੀ ਮਿਲਦੀ ਹੈ ਤਾਂ ਜ਼ਰੂਰ ਉਹਨੂੰ ਅਪਣਾਓ। ਜ਼ਰੂਰੀ ਨਹੀਂ ਹੈ ਵੀ ਤੁਸੀਂ ਵੀ ਬਾਹਰ ਵਿਦੇਸ਼ ਹੀ ਜਾਣਾ ਹੈ। ਸੋ ਦੋਸਤੋ, ਇਹ ਸੀ ਅਮਰਵੀਰ ਕੌਰ ਤੇ ਉਸ ਦਾ ਪਰਿਵਾਰ, ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਆ, ਜਿਹੜੇ ਕਿ ਆਪਣੀ ਧੀ ਦੇ ਬਿਜ਼ਨਸ ਵੂਮਨ ਬਣਨ ਦੇ ਉੱਤੇ ਮਾਣ ਮਹਿਸੂਸ ਕਰ ਰਹੇ ਆ। ਤੁਹਾਨੂੰ ਸਾਡੀ ਅੱਜ ਦੀ ਰਿਪੋਰਟ ਕਿਸ ਤਰ੍ਹਾਂ ਦੀ ਲੱਗੀ, ਕਮੈਂਟ ਕਰਕੇ ਜ਼ਰੂਰ ਦੱਸਿਓ। ਦਸੂਹਾ ਤੋਂ ਆਜ਼ਾਦ ਪੋਸਟ ਪੰਜਾਬੀ ਦੇ ਲਈ GS ਆਜ਼ਾਦ ਦੀ ਵਿਸ਼ੇਸ਼ ਰਿਪੋਰਟ।